ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਸਿੰਘਾਸਨ ਕੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸਤਿਗੁਰੂ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਜੀਓਂ ਕੇ ਮਾਲਕ ਸ਼ਹਿਨशाह ਪਿਤਾ ਵਾਲੀਏ ਕੁਲ ਆਲਮ ਸਰਬ ਕਾਇਨਾਤ ਸ੍ਰਿਸ਼ਟੀ ਦੇ ਰਚਨਾਇਕ ਸਤਿਗੁਰੂ ਗੁਰਬਾਣੀ ਕੇ ਬੋਹਿਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਦੇ ਮਹਾਵਾਕਾਂ ਅਨੁਸਾਰ ਅੰਮ੍ਰਿਤ ਵੇਲੇ ਹਾਜ਼ਰੀਨ ਹੋ ਕਰਕੇ ਸਤਿਗੁਰੂ ਜੀਆਂ ਦੇ ਦਰਸ਼ਨ ਦੀਦਾਰ ਕਰ ਰਹੇ ਹੋ। ਵੱਡ ਭਾਗੇ ਹੋ ਜਿਨ੍ਹਾਂ ਨੂੰ ਗੁਰੂ ਕੀ ਪਿਆਰੀ ਸੰਗਤ ਪ੍ਰਾਪਤ ਹੋਈ ਹੈ ਔਰ ਬੜੇ ਪ੍ਰੇਮ ਸਹਿਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਜਾਪ ਉਪਰੰਤ ਸਤਿਗੁਰੂ ਜੀਆਂ ਨੇ ਪ੍ਰਕਾਸ਼ਮਾਨ ਹੋ ਕਰਕੇ ਆਪਣੇ ਦਰਸ਼ਨ ਦੀਦਾਰ ਦਿੰਦਿਆਂ ਹੋਇਆਂ ਪਾਵਨ ਪਵਿੱਤਰ ਸੰਗਤ ਦੀ ਭਲਾਈ ਦੇ ਵਾਸਤੇ ਜਗਤ ਦੇ ਭਲੇ ਵਾਸਤੇ ਉਪਦੇਸ਼ ਦਿੰਦਿਆਂ ਹੋਇਆਂ ਸਾਨੂੰ ਸਭਨਾਂ ਨੂੰ ਨਾਮ ਦੇ ਨਾਲ ਜੋੜਨ ਦਾ ਉਪਦੇਸ਼ ਦਿੱਤਾ ਹੈ। ਬੜੇ ਪ੍ਰੇਮ ਸਹਿਤ ਆਪ ਬਾਬਾ ਜੀ ਪਾਸੋਂ ਗੁਰਬਾਣੀ ਵਿਚਾਰਾਂ ਸਰਵਣ ਕਰ ਰਹੇ ਸੀ। ਆਓ ਜੋ ਅੱਜ ਪਾਵਨ ਪਵਿੱਤਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਮਨਾਇਆ ਗਿਆ। ਕੁਝ ਨਾ ਕੁਝ ਸਾਡੇ ਕੋਲ ਜਾਣਕਾਰੀ ਆਵੇ, ਕੁਝ ਨਾ ਕੁਝ ਸਾਨੂੰ ਇਹ ਸਮਝ ਲੱਗੇ ਕਿ ਸਤਿਗੁਰੂ ਜੀਆਂ ਨੇ ਕੀ ਕਾਰਨ ਸਨ ਕਿ ਇਹ ਕਲਯੁਗ ਦਾ ਜਹਾਜ਼ ਬੋਹਿਤ ਜਿਹੜਾ ਹੈ ਉਹ ਤਿਆਰ ਕਰਨਾ ਪਿਆ। ਔਰ ਦੂਜੇ ਨੰਬਰ ਤੇ ਇਹ ਕਿ ਸਤਿਗੁਰੂ ਜੀਆਂ ਨੇ ਕਿਵੇਂ ਕਿਵੇਂ ਗੁਰਬਾਣੀ ਦਾ ਓਟ ਆਸਰਾ ਲੈ ਕਰਕੇ ਕਿਹੜੀ ਕਿਹੜੀ ਗੁਰਬਾਣੀ ਸਤਿਗੁਰੂ ਜੀਆਂ ਦੇ ਅੰਦਰ ਅੰਕਿਤ ਕੀਤੀ। ਆਪਣੀਆਂ ਮਨਚਿਤ ਬਿਰਤੀਆਂ ਨੂੰ ਇਕਾਗਰ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੁਰੂ ਪਾਸ ਪ੍ਰੇਮ ਦੇ ਨਾਲ ਸੀਸ ਝੁਕਾ ਕਰਕੇ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਸਤਨਾਮ ਸ੍ਰੀ। ਸਾਧ ਸੰਗਤ ਜੀ, ਸੰਸਾਰ ਭਰ ਦੇ ਅੰਦਰ ਦੇਖਿਆ ਜਾਵੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਆਉਣ ਤੋਂ ਪਹਿਲਾਂ ਸੰਸਾਰ ਦੇ ਵਿੱਚ ਬੜਾ ਭਾਰੀ ਪਾਪ ਜਾਂ ਆਪਾਂ ਕਹਿ ਲਈਏ ਕਿ ਇਤਨੀ ਮਾੜੀ ਹਾਲਤ ਸੀ ਕਿ ਸੰਸਾਰ ਦੇ ਵਿੱਚ ਕੋਈ ਟਿਕ ਕਰਕੇ ਜੀਵ ਸੁਖੀ ਤੇ ਆਰਾਮ ਦੇ ਨਾਲ ਨਹੀਂ ਸੀ ਜੀ ਰਿਹਾ। ਧਰਤੀ ਜਿਹੜੀ ਸੀ ਉਹ ਤਪ ਰਹੀ ਸੀ, ਵਿਕਾਰਾਂ ਦਾ ਭਾਰ ਜਿਹੜਾ ਸੀ ਉਹ ਜ਼ਿਆਦਾ ਵੱਧ ਚੁੱਕਿਆ ਸੀ। ਧਰਮ ਜਿਹੜਾ ਸੀ ਉਹ ਨਾਮ ਦੇ ਮਾਤਰ ਹੀ ਰਹਿ ਗਿਆ। ਲੋਕ ਪਾਪ ਕਰਨ ਲੱਗੇ, ਨਿਰਦਈ ਹੋ ਗਏ। ਧਰਤੀ ਨੇ ਪੁਕਾਰ ਕੀਤੀ ਔਰ ਧਰਤੀ ਦੀ ਅਰਜ਼ ਜਿਹੜੀ ਸੀ, ਸੇਵਕਾਂ ਦੀ ਅਰਜ਼ ਜਿਹੜੀ ਸੀ ਉਸ ਨੂੰ ਕਬੂਲ ਕਰਦਿਆਂ ਹੋਇਆ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ।
ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੇ ਨਿਰਗੁਣ ਸਰੂਪ ਤੋਂ ਉਹਨਾਂ ਨੇ ਸਰਗੁਣ ਸਰੂਪ ਧਾਰਨ ਕੀਤਾ। ਸਤਿਗੁਰੂ ਜੀਆਂ ਨੇ ਆਪ ਇਸ ਧਰਤੀ ਉੱਪਰ ਆਣ ਕਰਕੇ ਜੀਵਾਂ ਦੇ ਭਲੇ ਹਿੱਤ ਉਪਦੇਸ਼ ਦੇਣੇ ਕੀਤੇ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਇਸ ਧਰਤੀ ਦੀ ਅਰਜ ਨੇ ਪਰਮਾਤਮਾ ਵਾਹਿਗੁਰੂ ਜੀਆਂ ਦੇ ਘਰ ਦੇ ਵਿੱਚ ਕਬੂਲਣਾ ਕੀਤਾ। ਸਤਿਗੁਰੂ ਜੀ ਆਪ ਇਸ ਸੰਸਾਰ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀਆਂ ਦਾ ਰੂਪ ਧਾਰਨ ਕਰਕੇ ਪ੍ਰਗਟ ਹੋਏ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੰਸਾਰ ਵਿੱਚ ਆਏ। ਜਿੱਥੇ ਜਿੱਥੇ ਵੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵਿਚਰੇ, ਸਤਿਗੁਰੂ ਜੀਆਂ ਨੇ ਜਿੱਥੇ ਜਿੱਥੇ ਜਾ ਕਰਕੇ ਆਪਣਾ ਉਪਦੇਸ਼ ਦਿੱਤਾ। ਔਰ ਧੁਰ ਕੀ ਬਾਣੀ ਅਲਾਹੀ ਗੁਰਬਾਣੀ ਜਿਹੜੀ ਆਈ, ਔਰ ਸਤਿਗੁਰੂ ਜੀਆਂ ਨੇ ਮਰਦਾਨੇ ਨੂੰ ਕਿਹਾ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਐਸੇ ਬਚਨ ਆਪਾਂ ਸੁਣਦੇ ਹਾਂ। ਜੇਕਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਧ ਸੰਗਤ ਜੀ ਸਿੱਧਾਂ ਦੇ ਕੋਲ ਗਏ, ਉੱਥੇ ਜਾ ਕਰਕੇ ਮਹਾਰਾਜ ਜੀਆਂ ਨੇ ਗੁਰਬਾਣੀ ਉਚਾਰੀ। ਉਸ ਗੁਰਬਾਣੀ ਦਾ ਨਾਮ ਸਿੱਧ ਗੋਸ਼ਟ ਆਪਾਂ ਸਾਰੇ ਜਾਣਦੇ ਹਾਂ। ਜੇਕਰ ਸਤਿਗੁਰੂ ਜੀ ਦੀਪਾਲਪੁਰ ਨਗਰ ਦੇ ਅੰਦਰ ਗਏ, ਕੋੜੀ ਦਾ ਕੋੜ ਦੂਰ ਕੀਤਾ। ਸਤਿਗੁਰੂ ਜੀਆਂ ਨੇ ਉੱਥੇ ਜਾ ਕਰਕੇ ਗੁਰਬਾਣੀ ਉਚਾਰੀ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਇਸੇ ਤਰ੍ਹਾਂ ਸਤਿਗੁਰੂ ਜੀ ਜਦੋਂ ਭਾਈ ਮਰਦਾਨੇ ਨੂੰ ਸੱਜਣ ਕੋਲੋਂ ਬਚਾਉਂਦੇ ਨੇ, ਉੱਥੇ ਗੁਰਬਾਣੀ ਉਚਾਰਦੇ। ਉਜਲ ਕਹਿਆ ਚਿਲਕਣਾ, ਘੋਟਿਮ ਕਾਲੜੀ ਮਸ। ਧੋਤਿਆਂ ਝੂਠ ਨਾ ਉਤਰੈ, ਜੇ ਸੋ ਧੋਵਾਂ ਤਿਸ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਸਤਿਗੁਰੂ ਜੀਆਂ ਨੇ ਇਹ ਉਪਦੇਸ਼ ਦਿੱਤੇ ਤੇ ਨਾਲ ਇਹ ਵੀ ਬਚਨ ਕੀਤਾ ਕਿ ਇਹ ਉਪਦੇਸ਼ ਜਿਹੜਾ ਆਪਣੇ ਹਿਰਦੇ ਵਿੱਚ ਟਿਕਾ ਲਵੇਗਾ, ਉਹ ਸੰਸਾਰ ਭਵਜਲ ਦੇ ਵਿੱਚੋਂ ਪਾਰ ਹੋ ਜਾਵੇਗਾ। ਸਾਧ ਸੰਗਤ ਜੀ, ਇਹ ਸਤਿਗੁਰੂ ਜੀ ਜਿਤਨੀ ਵੀ ਗੁਰਬਾਣੀ ਅੰਕਿਤ ਕਰਦੇ ਸਨ, ਉਚਾਰਨ ਕਰਦੇ ਸਨ, ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਉਹ ਗੁਰਬਾਣੀ ਸਤਿਗੁਰੂ ਜੀ ਇੱਕ ਪੋਥੀ ਦੇ ਵਿੱਚ ਉਹਦਾ ਉਤਾਰਾ ਕਰ ਲਿਆ ਕਰਦੇ ਸਨ। ਆਪਾਂ ਭਾਈ ਗੁਰਦਾਸ ਜੀਆਂ ਦੀਆਂ ਵਾਰਾਂ ਪੜ੍ਹਦੇ ਹਾਂ, ਉਹਨਾਂ ਅੰਦਰ ਜ਼ਿਕਰ ਮਿਲਦਾ ਹੈ। ਆਸਾ ਹੱਥ ਕਿਤਾਬ ਕਸ਼, ਕੁੱਜਾ ਬਾਗ ਮੁਸੱਲਾ ਧਾਰੀ। ਇੱਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਹੱਥ ਦੇ ਵਿੱਚ ਡੰਡਾ, ਆਸਾ ਤੋਂ ਭਾਵ ਡੰਡਾ, ਆਸਾ ਹੱਥ ਕਿਤਾਬ ਕਸ਼। ਉਹ ਕਿਹੜੀ ਕਿਤਾਬ ਹੈ? ਜਿਹੜੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਕੋਲ ਹੈ। ਉਹ ਕਿਤਾਬ ਹੈ ਗੁਰਬਾਣੀ ਕੀ ਪੋਥੀ, ਜਿਸ ਵਿੱਚ ਸਤਿਗੁਰੂ ਜੀ ਜਿਤਨੇ ਵੀ ਗੁਰਬਾਣੀ ਧੁਰ ਤੋਂ ਆਈ ਗੁਰਬਾਣੀ ਉਸ ਦੇ ਵਿੱਚ ਅੰਕਿਤ ਕਰ ਲਿਆ ਕਰਦੇ ਸਨ। ਇਸੇ ਤਰ੍ਹਾਂ ਸਾਧ ਸੰਗਤ ਜੀ, ਪਹਿਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਵੱਡੇ ਸਤਿਗੁਰਾਂ ਦੀ ਬਾਣੀ, ਸਤਿਗੁਰੂ ਜੀਆਂ ਨੇ ਜਿਤਨੀ ਗੁਰਬਾਣੀ ਉਚਾਰਨ ਕੀਤੀ, ਉਹ ਗੁਰਬਾਣੀ ਜਿਹੜੀ ਪੋਥੀ ਦੇ ਵਿੱਚ ਦਰਜ ਕਰ ਲਈ। ਇਸੇ ਤਰ੍ਹਾਂ ਸਤਿਗੁਰੂ ਜੀਆਂ ਦੀ ਸ਼ਰਨ ਦੇ ਵਿੱਚ ਜਦੋਂ ਭਾਈ ਲਹਿਣਾ ਜੀ ਆਏ, ਭਾਈ ਲਹਿਣਾ ਜੀਆਂ ਨੂੰ ਜਦੋਂ ਗਿਰਤਾ ਗੱਦੀ ਦੇ ਤਖਤ ਦੇ ਉੱਪਰ ਬਿਠਾਇਆ, ਸਤਿਗੁਰੂ ਜੀਆਂ ਨੇ 5 ਪੈਸੇ ਨਾਰੀਅਲ ਰੱਖ ਕਰਕੇ ਗੁਰਤਾ ਗੱਦੀ ਦੇ ਦਿੱਤੀ। ਨਾਲ ਜਿਤਨੀ ਗੁਰਬਾਣੀ ਸੀ ਸਤਿਗੁਰੂ ਜੀਆਂ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਦੇ ਦਿੱਤੀ। ਦੂਜੇ ਸਰੂਪ ਸਤਿਗੁਰੂ ਜੀਆਂ ਨੇ ਜਿਤਨੀ ਗੁਰਬਾਣੀ ਉਚਾਰੀ। ਤੀਜੇ ਸਰੂਪ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਤਨੀ ਵੀ ਗੁਰਬਾਣੀ ਉਚਾਰਦੇ ਸਨ, ਸਾਰੀ ਗੁਰਬਾਣੀ ਜਿਹੜੀ ਹੈ ਇਹ ਅੰਕਿਤ ਕਰ ਲੈਂਦੇ। ਜ਼ਿਕਰ ਆਉਂਦਾ ਹੈ ਕਿ ਤੀਜੇ ਸਰੂਪ ਤੱਕ 2 ਪੋਥੀਆਂ ਜਿਹੜੀਆਂ ਸਨ, 2 ਪੋਥੀਆਂ ਦੇ ਵਿੱਚ ਗੁਰਬਾਣੀ ਜਿਹੜੀ ਸੀ ਉਹ ਅੰਕਿਤ ਹੋ ਚੁੱਕੀ। ਔਰ ਇਹ 2 ਪੋਥੀਆਂ ਦੀ ਗੁਰਬਾਣੀ ਤੀਜੇ ਸਰੂਪ ਤੱਕ ਜਿਤਨੀ ਵੀ ਗੁਰਬਾਣੀ ਹੈ, ਇਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਸੁਪੁੱਤਰ
बाबा मोहन दास जी कोल गोइंदवाल साहिब जियां दी धरती दे उपर सी। साध संगत जी, सतगुरु श्री गुरु अर्जन देव साहिब जी महाराज जियां ने ये महान पर उपकार किया। सतगुरु जियां दे प्रथाए गुरु नाना ने बचपन दे विच ही बचन कर दिते सन दोहता, गुरबाणी का बोहता कि ये वड्डे हो करके अपने मुख दे विचों गुरबाणी उचारण करनगे ते गुरबाणी दा जहाज भी तैयार करनगे। साध संगत जी, सतगुरु श्री गुरु अर्जन देव साहिब जी महाराज जिन्हां ने सियाणे और सूझवान गुरसिखां नूं बुलाया, जिन्हां दे अंदर बाबा बुढ़ा साहिब जी, भाई गुरदास जी, होर मुखी सिख आए। सतगुरु जी कहन लगे कि साडे कोल कुछ शिकायतां भी आईयां ने, क्योंकि जिहड़ा मुख कारण सी सतगुरु जियां दी गुरबाणी दर्ज करन दा और श्री गुरु ग्रंथ साहिब जी महाराज जियां दा संकल्प तैयार करन दा। साध संगत, सतगुरु जी कहन लगे कि जेड़े गुरु नानक देव साहिब जी महाराज जियां नूं प्यार करन वाले गुरसिख ने, वो सतगुरु जियां दी पावन पवित्र गुरबाणी दा ओट आसरा तकदे ने। और कुछ ऐसे लोग जेड़े लोग सतगुरु श्री गुरु नानक देव साहिब जी महाराज जियां दा नाम वरत के कच्ची बाणी उचारण करते हैं। साध संगत जी, तरजा जेड़ियां गुरबाणी अनुसार रखनियां, सारा कर्म जेड़ा है गुरबाणी अनुसार करना, पर जेड़ा नाम मगर वरत देना, उस नाम दे विच नानक शब्द की मोहर ला देनी कि यह भी गुरबाणी जेड़ी है वो गुरु नानक दी है। संगतां दे विच भुलेखा पैण लगा कि केड़ी सच्ची बाणी मूल रूप दे विच गुरु नानक देव साहिब जी महाराज और दूजे स्वरूपां दी है, केड़ी गुरबाणी कच्ची है। कच्ची गुरबाणी विच ना रल गढ़ हो जावे, कच्ची गुरबाणी नूं विच ना जोड़ दिता जावे, जिस गुरबाणी दे विच केवल अहंकार भरे शब्द ने, जिस गुरबाणी दे विच केवल आपो अपनी हौमे जेड़ी है वो प्रगट हो रही है। साध संगत जी, सतगुरु श्री गुरु अर्जन देव साहिब जी महाराज जियां ने हुक्मनामे जारी किए, सारे देश भर दे अंदर हुक्मनामे सिखां ते मसंदा राही भेज दिते। उन्हां हुक्मनामिਆਂ दे विच लिखिया कि जेड़ा भी गुरु का सिख गुरु नानक देव साहिब जी महाराज और श्री गुरु अमरदास साहिब गुरु रामदास साहिब जी महाराज जियां नूं प्रेम करदा है, सतगुरु जियां ने जिथे जिथे जा करके गुरबाणी उचारी, जिथे जिथे सतगुरु जी गए, जिन्ना जिन्ना सिखां कोल सतगुरु जियां दी पावन गुरबाणी सैंथियां दे रूप विच है, गुरबाणी लिखी हुई है, वो अमृतसर साहिब जियां दी धरती दे उपर आउण, एक वड्डा ग्रंथ तैयार किया जाएगा। उस ग्रंथ नूं तैयार करन दे वास्ते सतगुरु जियां दी मूल रूप गुरबाणी जिहड़ी है वो चाहिदी है। साध संगत जी, ये हुक्मनामे श्री गुरु अर्जन देव साहिब जी महाराज जियां ने भेज दिते। हुक्मनामे भेजण तो बाद साध संगत जी, लाहौर दे विचों काने वर्गे, पीलू छज्जू वर्गे भी आदक भगत जेड़े आए, उन्होंने आन करके अपनी गुरबाणी नूं उचारणा किया। सतगुरु, साडी भी गुरबाणी जिहड़ी है वो तुसीं इस ग्रंथ दे विच एकत्र कर लवो। सतगुरु जियां ने इस गुरबाणी नूं एकत्र ना किया, क्योंकि इस गुरबाणी दे विच केवल अहंकार ते अपने आप नूं गुरु दिखाउण दी इह इच्छा जाहिर कीती होई सी। मोर जिहड़ी वो गुरु नानक दी मगर लाई, पर अपने आप नूं इह दिखाया कि असीं ही रब हां। सतगुरु कहंदे, तुहाडी बाणी इस ग्रंथ दे विच कदाचित भी ये ना जाणियो कि दर्ज होवेगी, केवल इस दे विच हौमे है। सतगुरु जियां ने उन्हां नूं मोड़ दिता और जितने भी होर आए कच्ची बाणी लै करके सतगुरु जियां ने गुरबाणी दर्ज ना कीती। ये गुरबाणी उन्हां दी दर्ज होवेगी जिन्हां अपना आप गुरु नूं मारिया, परमार्थ और गुरमत दी गल दसी कि परमात्मा दे नाल जुड़ना किवें है। उन्हां महापुरखां दी बाणी इस श्री गुरु ग्रंथ साहिब जी महाराज जियां विच दर्ज होवेगी। साध संगत जी, सतगुरु श्री गुरु अर्जन देव साहिब जी महाराज, सतगुरु जी कहन लगे कि बाकी 3 स्वरूपां दी बाणी सतगुरु श्री गुरु अमरदास साहिब जी महाराज जियां दे पुत्र बाबा मोहन जी
ਉਹਨਾਂ ਦੇ ਕੋਲ ਗੋਇੰਦਵਾਲ ਸਾਹਿਬ ਜੀਆਂ ਦੀ ਧਰਤੀ ਦੇ ਉੱਪਰ ਹੈ। ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਉਹਨਾਂ ਨੂੰ ਲਿਆਉਣ ਦਾ ਜਿਹੜਾ ਸੇਵਾ ਹੈ, ਉਹਨਾਂ ਨੂੰ ਲਿਆਉਣ ਦੀ ਸੇਵਾ ਜਿਹੜੀ ਹੈ ਉਹ ਮੈਂ ਕਰਾਂਗਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਅਜੇ ਆਗਿਆ ਨਹੀਂ ਦਿੱਤੀ, ਪਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੇ ਕਹਿਣ ਤੋਂ ਪਹਿਲਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਸੇਵਾ ਮੇਰੀ ਝੋਲੀ ਵਿੱਚ ਪਾਵੋ। ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਤੋਂ ਚੱਲੇ, ਗੋਇੰਦਵਾਲ ਸਾਹਿਬ ਜੀਆਂ ਦੀ ਧਰਤੀ ਦੇ ਉੱਪਰ ਜਾ ਕਰਕੇ ਨਤਮਸਤਕ ਹੋਏ। ਜਿੱਥੇ ਬਾਬਾ ਮੋਹਨ ਸਾਹਿਬ ਜੀਆਂ ਦਾ ਚੁਬਾਰਾ ਸਾਹਿਬ ਹੈ, ਉੱਥੇ ਜਾ ਕਰਕੇ ਆਵਾਜ਼ਾਂ ਮਾਰੀਆਂ, ਅਸੀਂ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਦੇ ਉੱਪਰੋਂ ਆਏ ਹਾਂ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਵੱਡੇ ਬਾਬਾ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਲੈਣ ਵਾਸਤੇ ਆਏ ਹਾਂ। ਆਪ ਜੀ ਕਿਰਪਾ ਕਰਕੇ ਸਾਨੂੰ ਪੋਥੀਆਂ ਜਿਹੜੀਆਂ ਹਨ ਉਹ ਦੇ ਦਿਓ। ਸਾਧ ਸੰਗਤ ਜੀ, ਉਧਰ ਬਾਬਾ ਮੋਹਨ ਦਾਸ ਜੀ ਬੜੀ ਵੱਡੀ ਸਮਾਧੀ ਦੇ ਅੰਦਰ ਲੀਨ ਹੋਏ। ਉਹ ਵੱਡਾ ਮਹਾਂਪੁਰਖ ਐਸੀ ਸਮਾਧੀ ਦੇ ਵਿੱਚ ਲੀਨ ਹੋ ਜਾਂਦਾ ਸੀ ਕਿ ਕੁਝ ਦਿਨ ਜਿਹੜੀ ਸੀ ਸਮਾਧੀ ਜਿਹੜੀ ਸੀ ਉਹ ਨਹੀਂ ਸੀ ਖੁੱਲਦੀ, ਔਰ ਸੁਰਤ ਦੇ ਅੰਦਰ ਬੜੇ ਪ੍ਰੇਮ ਸਹਿਤ ਜਾਪ ਜਿਹੜਾ ਸੀ ਉਸ ਪਰਮਾਰਥ ਨੂੰ ਪਾਉਣ ਦੇ ਵਾਸਤੇ ਚੱਲਦਾ ਸੀ। ਔਰ ਕਿਤੇ ਨਾ ਕਿਤੇ ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਇਹ ਬਚਨ ਕੀਤੇ ਸਨ, ਪੁੱਤਰੋ ਉਠੋ, ਉੱਠ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਝੁਕ ਜਾਵੋ। ਪਰ ਬਾਬਾ ਮੋਹਰੀ ਜੀ ਛੋਟੇ ਸੁਪੁੱਤਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਝੁਕ ਗਏ। ਉਹਨਾਂ ਨਮਸਕਾਰ ਕੀਤੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨੂੰ, ਪਰ ਬਾਬਾ ਮੋਹਨ ਜੀ ਨਹੀਂ ਸਨ ਝੁਕੇ। ਉਹ ਕਹਿਣ ਲੱਗੇ, ਸਾਡੇ ਪਿਤਾ ਦੀ ਗੁਰਤਾ ਗੱਦੀ ਹੋਵੇ, ਇੱਕ ਸੇਵਕ ਆਵੇ, ਸੇਵਾ ਕਰਕੇ ਸਾਡੇ ਪਿਤਾ ਦੀ ਗੁਰਤਾ ਗੱਦੀ ਲੈ ਜਾਵੇ, ਸਾਡਾ ਮਨ ਤਪਦਾ ਹੈ, ਅਸੀਂ ਕਿਵੇਂ ਝੁਕੀਏ, ਅਸੀਂ ਕਿਵੇਂ ਨਮਸਕਾਰ ਕਰੀਏ। ਇਹ ਬਚਨ ਕੀਤੇ ਤੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਬਚਨ ਕੀਤੇ ਸਨ, ਪੁੱਤਰਾ ਜੇਕਰ ਤੇਰਾ ਮਨ ਤਪਦਾ ਹੈ, ਇੱਕ ਗੱਲ ਯਾਦ ਰੱਖੀਏ, ਕਦੇ ਠੰਡਾ ਨਹੀਂ ਹੋਵੇਗਾ, ਤਪਦਾ ਹੀ ਰਹੇਗਾ। ਇਤਨੀ ਈਰਖਾ, ਇਤਨੀ ਹਉਮੈ, ਇਹ ਕਦੇ ਵਾਸਤੇ ਵੀ ਠੰਡਾ ਨਹੀਂ ਹੋਵੇਗਾ। ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਜਦੋਂ ਆਵਾਜ਼ਾਂ ਮਾਰੀਆਂ ਨੇ ਔਰ ਬਾਬਾ ਮੋਹਨ ਜੀਆਂ ਨੇ ਸਮਾਧੀ ਨਹੀਂ ਖੋਲੀ, ਉਸੇ ਤਰ੍ਹਾਂ ਸਮਾਧੀ ਦੇ ਵਿੱਚ ਲੀਨ ਨੇ ਭਾਈ ਗੁਰਦਾਸ ਜੀ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਉੱਪਰ ਵਾਪਸ ਆ ਗਏ। ਆਣ ਕਰਕੇ ਸਤਿਗੁਰੂ ਜੀ ਬਾਬਾ ਮੋਹਨ ਜੀਆਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਸਮਾਧੀ ਤੋਂ ਉੱਠੇ ਨਹੀਂ। ਲਾਗੇ ਬੈਠੇ ਸਨ ਸਿਆਣੇ ਬ੍ਰਹਮ ਗਿਆਨੀ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਤਿਗੁਰੂ ਜੀ ਇਹ ਕਾਰਜ ਮੈਂ ਕਰਾਂਗਾ, ਇਹ ਕਾਰਜ ਮੇਰੀ ਝੋਲੀ ਦੇ ਵਿੱਚ ਪਾਵੋ, ਮੈਂ ਜਾ ਕਰਕੇ ਸਤਿਗੁਰੂ ਜੀ ਦੀ ਗੁਰਬਾਣੀ ਦੀਆਂ ਪੋਥੀਆਂ ਲੈ ਕਰਕੇ ਆਵਾਂਗਾ। ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਚੁੱਪ ਰਹੇ, ਬੋਲੇ ਨਾ, ਵੱਡੇ ਜਾਣ ਕਰਕੇ ਵਰਜਿਆ ਨਾ। ਇੱਥੋਂ ਬਾਬਾ ਬੁੱਢਾ ਸਾਹਿਬ ਜੀ ਜਾਂਦੇ ਗੋਇੰਦਵਾਲ ਸਾਹਿਬ ਜੀਆਂ ਦੀ ਧਰਤੀ ਉੱਪਰ ਜਾ ਕਰਕੇ ਬੜੀਆਂ ਆਵਾਜ਼ਾਂ ਮਾਰਦੇ ਨੇ। ਬਾਬਾ ਮੋਹਨ ਜੀ ਆਪਣੀ ਸਮਾਧੀ ਤੋਂ ਨਿਰਲੇਪ ਨਹੀਂ। ਬਾਬਾ ਬੁੱਢਾ ਸਾਹਿਬ ਜੀਆਂ ਨੇ ਜਦੋਂ ਦਰਵਾਜ਼ੇ ਦੀਆਂ ਚੂੜਾਂ ਪੁੱਟ ਕਰਕੇ ਅੰਦਰ ਜਾਣਾ ਕੀਤਾ, ਅੰਦਰ ਜਾ ਕਰਕੇ ਬਾਬਾ ਬੁੱਢਾ ਸਾਹਿਬ ਜੀਆਂ ਨੇ ਮੋਢਿਆਂ ਤੋਂ ਫੜ ਕਰਕੇ ਬਾਬਾ ਮੋਹਨ ਜੀਆਂ ਨੂੰ ਬੜੇ ਜ਼ੋਰ ਦੇ ਨਾਲ ਹਿਲਾਇਆ। ਕਦੀ ਖੱਬੇ ਪਾਸਿਓਂ ਹਿਲਾਉਣ, ਕਦੀ ਸੱਜੇ ਪਾਸਿਓਂ ਹਿਲਾਉਣ। ਬਾਬਾ ਮੋਹਨ ਜੀ ਉਠੋ, ਸਾਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਭੇਜਿਆ, ਅਸੀਂ ਸਤਿਗੁਰੂ ਜੀਆਂ ਦੀ ਪਾਵਨ ਗੁਰਬਾਣੀ ਦੀਆਂ ਪੋਥੀਆਂ ਲੈਣ ਵਾਸਤੇ ਆਏ ਹਾਂ, ਗੁਰਬਾਣੀ ਵਿੱਚ ਦਰਜ ਹੋਵੇਗੀ। ਸਾਧ ਸੰਗਤ ਜੀ ਬੜੇ ਵਚਨ ਕੀਤੇ, ਪਰ ਬਾਬਾ ਮੋਹਨ ਜੀ ਆਪਣੀ ਸਮਾਧੀ ਦੇ ਵਿੱਚੋਂ ਨਿਰਲੇਪ ਨਾ ਹੋਏ। ਸਾਧ ਸੰਗਤ ਜੀ, ਛੋਟੇ ਸੁਪੁੱਤਰ ਬਾਬਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਬਾਬਾ ਮੋਹਰੀ ਜੀ ਆਏ, ਕਹਿਣ ਲੱਗੇ, ਮਹਾਂਪੁਰਸ਼ੋ ਇਹਨਾਂ ਨੂੰ ਇਸ ਤਰ੍ਹਾਂ ਹਿਲਾਉਣਾ ਨਾ ਕਰੋ, ਇਹਨਾਂ ਦਾ ਮਨ ਜਿਹੜਾ ਬੜਾ ਖੰਡਿਤ ਹੈ, ਤਪਦਾ ਹੈ। ਜਦੋਂ ਇਹ ਸਮਾਧੀ ਤੋਂ ਨਿਰਲੇਪ ਹੁੰਦੇ ਨੇ, ਕਈ ਵਾਰੀ ਐਸੇ ਬਚਨ ਕਰ ਜਾਂਦੇ ਨੇ, ਫਿਰ ਜਿਹੜੇ ਸੱਚੇ ਵੀ ਹੋ ਜਾਂਦੇ ਨੇ, ਗੁੱਸੇ ਦੇ ਵਿੱਚ ਆਣ ਕਰਕੇ ਬਚਨ ਕਰਦੇ ਨੇ। ਬਾਬਾ ਮੋਹਰੀ ਜੀਆਂ ਦੇ ਬਚਨ ਸੁਣ ਕਰਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਪਾਸ ਆ ਗਏ ਅੰਮ੍ਰਿਤਸਰ ਦੀ ਧਰਤੀ ਉੱਪਰ। ਸਤਿਗੁਰੂ ਮੇਰੀ ਆਵਾਜ਼ ਨਹੀਂ ਸੁਣੀ, ਸਮਾਧੀ ਜਿਹੜੀ ਸੀ ਉਸ ਤੋਂ ਨਿਰਲੇਪ ਨਹੀਂ ਹੋਏ। ਸਾਧ ਸੰਗਤ ਜੀ, ਇਹ ਕਾਰਜ ਜਿਹੜਾ ਸੀ, ਇਹ ਕਾਰਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਸੀ।
क्योंकि सतगुरु जियां ने सानू जीवन जांच और सत्कार सिखाउणा सी कि इस पावन पवित्र गुरबाणी का सत्कार असीं किवें करना है। साध संगत जी सतगुरु जी कहण लगे हुण असीं आप जावांगे, संगतां नूं नाल लै करके जावांगे। साध संगत सतगुरु जियां ने तैयारी कीती, संगतां दा इकट्ठ जिहड़ा सी वो कीता ते सतगुरु जी कहण लगे बड़ी सुंदर पालकी साहिब तैयार करवाई जावे। श्री गुरु अर्जन देव साहिब जी महाराज जियां ने गुरबाणी दे सत्कार दे वास्ते बड़ी सुंदर पालकी साहिब तैयार करवाई, चंदन दा चौर साहिब तैयार करवाया और प्रभात ही सवेर हुंदियां ही सतगुरु प्रेम सहित नंगे पैरी साध संगत जी अमृतसर साहिब जियां दी धरती उपरों गोइंदवाल साहिब जियां दा सफर काफ़ी लंबा पैंदा है। सतगुरु जी नंगे पैरी संगतां दे नाल उस परमात्मा वाहिगुरु जियां दे भजन नूं गाउंदे होए सतगुरु जियां दी पावन गुरबाणी दा जाप करदियां होया गोइंदवाल साहिब जियां दी धरती उपर पहुंचे। सतगुरु जी गोइंदवाल साहिब जियां दी धरती उपर जा करके गुरु अमरदास साहिब जी महाराज जियां दे पावन स्थान उत्ते नतमस्तक होए। फिर जा करके बाबा मोहन साहिब जी जिथे उन्हां दा चुबारा साहिब है उथे जा करके साध संगत जी थले कोई गद्दा कोई चादर नहीं विछाई, पालकी साहिब सुंदर जगह उपर सुभाएमान करके और आप गली दे विच हेठां भुंजे ही धरती उपर बैठ गए। नंगे पैरी बैठे ने उस परमात्मा वाहिगुरु जियां दे प्रेम दे विच जुड़े संगत परमात्मा दा जाप पई करदी है और सतगुरु जियां ने बड़े प्रेम सहित एक ते गुरु अमरदास साहिब जी महाराज जियां दे वड्डे सुपुत्र दा नाम मोहनदास है और दूजे पासे श्री गुरु अर्जन देव साहिब जी महाराज जियां ने उस मोहन परमात्मा वाहिगुरु जियां दी सिफत करदियां होया गुरबाणी दे चार बंद उचारे। सतगुरु कहन लगे मोहन तेरे ऊंचे मंदिर महल उपारा, मोहन तेरे सोहन द्वार जियो संत धर्मशाला। ये सतगुरु जियां दी सिफत कीती और बाबा मोहन जी कली समाधि तो नहीं उठे, वो समाधि तो उठ करके सतगुरु श्री गुरु अर्जन देव साहिब जी महाराज जियां दे चरनां दे ढह पे, क्योंकि वो जानते सन वो उड़ीकते सन कि कदों सतगुरु श्री गुरु अर्जन देव साहिब जी आउण, मैं कदों उन्हां दे चरनां दा ध्यान धरां, मैं कदों उन्हां दे चरनां दे उपर अपना मस्तक निवावां। क्योंकि गुरु अमरदास साहिब जी महाराज जियां ते कहण ते श्री गुरु रामदास साहिब जी महाराज जियां नूं नमस्कार नहीं सी कीती बाबा मोहनदास जियां ने, और फिर सतगुरु ने जदों नमस्कार नहीं कीती सतगुरु जियां नूं बाबा मोहनदास जियां ने, और फिर बाबा मोहन जी जदों इन्हां दा मन हमेशा तपदा रहिंदा सी, समाधि दे विच लीन ते रहिंदे सन, पर मन जिहड़ा सी तपदा, फिर सतगुरु गुरु अमरदास साहिब जी महाराज जियां दा ध्यान धरदियां होया अरदास कीती, गुरु पिता मेरे कोलों भुल हो गई है, मैं तुहाडा वचन नहीं मन्निया, श्री गुरु रामदास साहिब जियां नूं नमस्कार नहीं कीती सी, मेरा मन तपदा है, आप जी कृपा करो मेरे मन नूं ठंडिया करो। साध संगत जी श्री गुरु अमरदास साहिब जी महाराज जियां ने मन दे विच संकल्प जिहड़ा कीता सी अरदास नूं पूरियां कीतिया, कहण लगे बाबा मोहन जी तुहाडे कोल श्री गुरु रामदास साहिब जियां दे सपुत्र आउणगे गुरबाणी दीयां पोथियां लैण दे वास्ते, उन्हां नूं गुरबाणी दीयां पोथियां दे देणियां और गुरबाणी दीयां पोथियां देणियां ते उन्हां दे चरना कमलां दे उपर अपना मस्तक जिहड़ा है उहनूं निवा देना। जदों मस्तक नूं निवावोगे तुहाडा मन जिहड़ा ओह तपणों हट जावेगा। साध संगत इतने वचन कीते, बाबा मोहन दियां दी समाधि खुली, समाधि खुलण तो बाद जदों बारियां नूं खोल करके देखिया कि धरती दे उपर हेठां धन सतगुरु श्री गुरु अर्जन देव साहिब जी निमरता दी मूरत, ऐसे सतगुरु जी अपना चौंकड़ा लगा करके बैठे ने। बाबा मोहन जी बड़े प्रेम दे विच उठे, उठ करके गुरबाणी दीयां पोथियां लईयां, अपने शीश दे उपर सुभाएमान कीतियां और सतगुरु पास आ गए। पालकी दे अंदर सतगुरु जी दी पावन पवित्र गुरबाणी दीयां पोथियां साहिब प्रकाशमान कीतियां और सतगुरु जियां दे चरना कमलां पास जदों अपना मस्तक निवाउण लगे ना
ਤੇ ਸਤਿਗੁਰੂ ਜੀ ਕਹਿੰਦੇ इस तरह ना करो, तुसी साडे रिश्तेदारी विच साडे मामा जी लगदे हो। सतगुरु जियां ने मस्तक पकड़ लिया, ना निभाउण दिता साध संगत जी। पर सतगुरु श्री गुरु अर्जन देव साहिब जी महाराज जियां नूं कहण लगे, सतगुरु मेरा मन तपदा है, मैं गुरु पास अरदास कीती सी, जदों सतगुरु श्री गुरु अर्जन देव साहिब जी महाराज आउणगे मेरा मन तपनों हट जावेगा। सचमुच जदों सतगुरु जियां दे चरना कमलों पास अपना मस्तक निवाया ते बाबा मोहन जियां दा मन जिहड़ा सी वो ठंडा ठार हो गया और बड़ा आदर सत्कार किया। बाबा मोहरी जियां ने घर जाण वास्ते सतगुरु जियां नूं प्रेरिया। सतगुरु जियां दा सारा परिवार संगतां जिहड़ियां सन बाबा मोहरी जियां दे घर दे विच गईयां और बड़ा प्रेम आओ भगत बाबा मोहरी जियां ने कीती। उत्थों फिर सतगुरु श्री गुरु ग्रंथ साहिब जी महाराज प्रेम सत्कार दे नाल वड्डे बाबा सतगुरु जियां दियां पोथियां लै करके इस श्री अमृतसर साहिब जियां दी धरती वाल नूं चाले पाए। रस्ते दे विच साध संगत जी जिथे बाबा दातू जिन्हां ने लत मारी सी गुरु अमरदास साहिब जी महाराज जियां नूं, उन्हां दे भी बचन सन श्री गुरु अमरदास साहिब जी महाराज जियां ने कीते कि जिन्ना तक सतगुरु श्री गुरु अर्जन देव साहिब जी महाराज अपने कर कमलों नाल तुहाडी लत नूं छूह नहीं लैंदे, तुहाडी लत दी पीड़ा नहीं जावेगी। सतगुरु जियां ने रस्ते विच जांदियां होया उन्हां दे दुख दूर कीते। ते साध संगत जी जदों गोइंदवाल साहिब जियां दी धरती तो चले ना, सतगुरु जियां दियां पोथियां लैकर पावन गुरबाणी नूं लै करके जदों उन्हां ने उत्थों चाला पाया ते संगतां ते बाबा मोहरी जी कहण लगे, सतगुरु एक पालकी दे विच सतगुरु श्री गुरु ग्रंथ साहिब जी महाराज सतगुरु जियां दी धुड़की गुरबाणी अलाही गुरबाणी दीयां पोथियां ने ते एक पालकी असी तुहाडे वास्ते वखरी तैयार कर देने हाँ, तुसीं गुरु स्वरूप हो। पर सतगुरु श्री गुरु अर्जन देव साहिब जी महाराज कहण लगे, नहीं असी पालकी दे विच नहीं जावांगे, असी सतगुरु श्री गुरु ग्रंथ साहिब जी महाराज नाम ये निकल रहा क्योंकि उदों पोथी परमेश्वर का थान सतगुरु जियां ने यह बचन उच्चारण किया। सतगुरु जी कहण लगे असी सतगुरु जियां नूं चौर साहब करदियां होया नंगे पैरी श्री अमृतसर साहिब जियां दी धरती उपर लै करके जावांगे। पावन बाणी दीयां पोथियां गोइंदवाल साहिब तो श्री अमृतसर साहिब जियां दी धरती दे उपर सतगुरु जी नंगे पैरी संगतां दे नाल चौर साहब करदियां होया लै करके आए। सतगुरु जियां ने यह सानू सिखाउणा सी, भाई देहधारी गुरु जितना मर्जी वड्डा हो जावे, देहधारी गुरु जितना मर्जी वड्डा बलवान हो जावे, पर सतगुरु ते सतगुरु जियां दी धुरकी गुरबाणी तो कदे वड्डा नहीं हो सकदा, कदे भी बराबर ना बैठे। सत्कार करे गुरबाणी दा, गुरबाणी नूं गुरु जान करके, परमेश्वर वाहिगुरु जियां दी धुरकी जान करके सत्कार करे। साध संगत इत्थे सतगुरु जी जिथे पूर्व दे पासे जिथे दुख भंजनी साहिब जियां दी बेरी है 68 धाम बनया होया है, अज भी निरंतर जाप सचखंड श्री हरमंदर साहिब 68 धाम दे उपर चलदा है। साध संगत जी दुख भंजनी साहिब जियां दी बेरी थले आन करके सतगुरु जियां ने पालकी साहिब जिहड़ी है वो विराजमान कीती और गुरबाणी दियां पोथियां दा इतना सत्कार सतगुरु जियां ने कीता कि दिन रात उत्थे रहन सबाई कीर्तन होया। सतगुरु जियां ने आप सरंदियां दे नाल बैठ करके सतगुरु जियां दी पावन पोथियां दे कोल कीर्तन कीता। सिंघां दियां ड्यूटियां लगाईयां कि रात सारे गुरसिख बैठ करके गुरबाणी दा कीर्तन कीता जावे। सतगुरु जी सवेर हुंदे सचखंड श्री हरमंदर साहिब जी विच अंदर गए, जा करके नमस्कार कीती। नमस्कार परिक्रमा करके सतगुरु जी वापस आए। वापस आ करके संगत नूं प्रेर करके बड़े प्रेम सहित मुखी सिखा नूं लै करके सतगुरु जी कहण लगे, भाई गुरदास जी बाबा बुढ़ा साहब जी ऐसी एक थां रमणीक लभो जिथे बड़ी शांति होवे, जिथे किसी आम मनुखां दी आवाजाही घट होवे, जिस जगह ते बैठ करके असीं सतगुरु श्री गुरु ग्रंथ साहिब जी महाराज जियां दा संकलन कर सकीए। साध संगत जी सतगुरु जियां ने जगह केड़ी लभी, रामसर दे कंढे उपर बड़ा भारी साध संगत जी बेरियां दा आपां कह लीए जंगल ला लीए जां बड़े वड्डे वड्डे दरख्त सन, बड़ी छां सी। सतगुरु जियां ने वो जगह नूं जिहड़ा सी
ਉਹ ਸੁੱਚਾ ਜਾਣਿਆ। ਉਸ ਜਗ੍ਹਾ ਦੇ ਸਾਫ ਸਫਾਈ ਕਰਵਾਈ। ਸਾਫ ਸਫਾਈ ਕਰਵਾ ਕਰਕੇ ਸਤਿਗੁਰੂ ਜੀਆਂ ਨੇ ਫਿਰ ਸਤਿਗੁਰੂ ਜੀਆਂ ਦੀ ਪਾਲਕੀ ਸਾਹਿਬ ਰਾਮਸਰ ਜੀਆਂ ਦੇ ਕੰਢੇ ਉੱਪਰ ਲਿਆ ਕਰਕੇ ਸਾਰੀ ਤਿਆਰੀ ਕਰਵਾ ਕਰਕੇ ਇੱਥੇ ਤੰਬੂ ਤੇ ਕਨਾਇਤਾਂ ਲਗਾ ਦਿੱਤੀਆਂ ਜਾਣ। 2 ਤੰਬੂ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀਆਂ ਨੇ ਲਗਵਾਏ। ਉਹਨਾਂ 2 ਤੰਬੂਆਂ ਦੇ ਵਿੱਚ ਲਿਖਣ ਦੇ ਵਾਸਤੇ ਲਿਖਾਰੀ ਲਗਵਾਇਆ ਭਾਈ ਗੁਰਦਾਸ ਜੀਆਂ ਨੂੰ। ਇੱਕ ਤੰਬੂ ਦੇ ਵਿੱਚ ਭਾਈ ਗੁਰਦਾਸ ਜੀ, ਦੂਸਰੇ ਤੰਬੂ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇ ਗੁਰਬਾਣੀ ਦੀਆਂ ਪੋਥੀਆਂ ਲੈ ਕਰਕੇ ਬੈਠ ਗਏ। ਸਾਧ ਸੰਗਤ ਜੀ, ਇਹ ਜਿਹੜਾ ਗ੍ਰੰਥ ਨੂੰ 71 ਸਤਿਗੁਰੂ ਜੀਆਂ ਦੀ ਗੁਰਬਾਣੀ ਨੂੰ ਕਰਨ ਦਾ ਸਮਾਂ ਮਿਥਿਆ, ਦਿਨ ਮਿਥੇ, ਕਿਤਨੇ ਸਮੇਂ ਦੇ ਅੰਦਰ ਕਿਵੇਂ ਸਤਿਗੁਰੂ ਜੀਆਂ ਦੀ ਗੁਰਬਾਣੀ ਨੂੰ ਦਰਜ ਕਰਨਾ ਹੈ। ਸਾਧ ਸੰਗਤ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਭਾਈ ਗੁਰਦਾਸ ਜੀਆਂ ਨੂੰ ਲਿਖਾਰੀ ਲਗਾਇਆ। ਭਾਈ ਗੁਰਦਾਸ ਜੀ ਕਲਮਾਂ ਤੇ ਸਿਆਹੀ ਦਾ ਪ੍ਰਬੰਧ ਕਰਕੇ ਇੱਕ ਤੰਬੂ ਦੇ ਵਿੱਚ ਬੈਠ ਗਏ। ਸਤਿਗੁਰੂ ਜੀਆਂ ਨੇ ਜਦੋਂ ਗੁਰਬਾਣੀ ਲਿਖਾਉਣੀ ਪ੍ਰਾਰੰਭ ਕੀਤੀ, ਭਾਈ ਗੁਰਦਾਸ ਜੀਆਂ ਨੂੰ ਕਿਹਾ, ਸਤਿਗੁਰੂ ਜੀਆਂ ਦਾ ਧਿਆਨ ਧਰਦਿਆਂ ਹੋਇਆਂ, ਪਰਮੇਸ਼ਰ ਵਾਹਿਗੁਰੂ ਜੀਆਂ ਦਾ ਸਿਮਰਨ ਕਰਦਿਆਂ ਹੋਇਆਂ, ਗੁਰਬਾਣੀ ਅੰਦਰ ਸੁਰਤ ਜੋੜ ਕਰਕੇ ਜੋ ਵੀ ਸ਼ਬਦ ਮੈਂ ਗਾਇਨ ਕਰਾਂਗਾ, ਆਪ ਜੀ ਇਸ ਦਾ ਲਿਖਾਰਾ ਕਰੀ ਜਾਓ। ਭਾਈ ਗੁਰਦਾਸ ਜੀ ਬੜੀ ਤੇਜ਼ੀ ਦੇ ਨਾਲ ਲਿਖਾਰਾ ਗੁਰਬਾਣੀ ਦਾ ਕਰੀ ਜਾਂਦੇ। ਸਤਿਗੁਰੂ ਜੀਆਂ ਨੇ ਜਦੋਂ ਗੁਰਬਾਣੀ ਲਿਖਾਉਣੀ ਪ੍ਰਾਰੰਭ ਕੀਤੀ, ਇੱਕ ਓੰਕਾਰ ਤੋਂ ਲੈ ਕਰਕੇ ਵੱਡੇ ਸਤਿਗੁਰਾਂ ਦੀ ਗੁਰਬਾਣੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਪਜੀ ਸਾਹਿਬ ਜੀਆਂ ਦੀ ਗੁਰਬਾਣੀ ਪ੍ਰਾਰੰਭ ਕੀਤੀ। ਸਲੋਕ ਲਿਖ ਕਰਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਸਲੋਕ ਲਿਖਿਆ। ਸਲੋਕ ਤੋਂ ਬਾਅਦ ਸਤਿਗੁਰੂ ਜੀਆਂ ਨੇ ਰਹਿਰਾਸ ਸਾਹਿਬ ਜੀਆਂ ਦੇ ਕੁਝ ਸ਼ਬਦ, ਸੋਦਰ ਜੀਆਂ ਦੇ ਸ਼ਬਦ ਗੁਰਬਾਣੀ ਦੇ ਅੰਦਰ ਅੰਕਿਤ ਕੀਤੇ। ਸੋਦਰ ਤੋਂ ਬਾਅਦ ਸੋਹਲਾ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਦਰਜ ਕੀਤੀ। ਉਸ ਤੋਂ ਬਾਅਦ ਜਦੋਂ ਰਾਗ ਪ੍ਰਾਰੰਭ ਹੋਏ, ਸ਼੍ਰੋਮਣੀ ਰਾਗ, ਸ੍ਰੀ ਰਾਗ, ਰਾਗਾਂ ਵਿੱਚ ਰਾਗ ਹੈ ਜੇ ਸਚ ਧਰੇ ਪਿਆਰ, ਸਾਧ ਸੰਗਤ ਜੀ ਫਿਰ ਸ੍ਰੀ ਰਾਗ ਦੀ ਪ੍ਰਾਰੰਭਤਾ ਹੋਈ। ਜਦੋਂ ਸਾਧ ਸੰਗਤ ਰਾਗਾਂ ਦੀ ਪ੍ਰਾਰੰਭਤਾ ਹੋਈ, ਰਾਗ ਲਿਖਤੇ ਜਾਂਦੇ ਨੇ। ਫਿਰ ਸਾਧ ਸੰਗਤ ਜੀ ਜਿੱਥੇ ਜਾ ਕਰਕੇ ਰਾਗਾਂ ਦੇ ਵਿੱਚ ਪੌੜੀਆਂ ਸਤਿਗੁਰੂ ਜੀਆਂ ਦੇ ਸਲੋਕ ਆਉਂਦੇ, ਵੱਡੇ ਸਤਿਗੁਰਾਂ ਦੇ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਗੁਰਬਾਣੀ ਦੀ ਮੋਹਰ ਲੱਗ ਜਾਂਦੀ। ਸ਼ਬਦ ਦੇ ਅਖੀਰਲੀ ਪੰਕਤੀ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਮੋਹਰ ਲਾ ਕਰਕੇ ਸ਼ਬਦ ਦੀ ਸਤਿਗੁਰੂ ਜੀ ਸੰਪੂਰਨਤਾ ਕਰ ਦਿੰਦੇ। ਔਰ ਜਿੱਥੇ ਸਤਿਗੁਰੂ ਅਸ਼ਟਪਦੀਆਂ ਔਰ ਸਲੋਕ ਪੌੜੀਆਂ ਆਉਂਦੀਆਂ, ਉੱਥੇ ਸਤਿਗੁਰੂ ਵੱਡੇ ਪੁਰਖਾਂ ਦੀ ਗੁਰਬਾਣੀ ਦੇ ਮਗਰ ਲਿਖ ਦਿੰਦੇ, ਸੁੱਧ ਸੱਸੇ ਨੂੰ ਔਂਕੜ ਤੇ ਧੱਦੇ ਨੂੰ ਔਂਕੜ। ਇਹ ਤਾਂ ਲਿਖਦੇ ਕਿ ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਜਿਤਨੀ ਗੁਰਬਾਣੀ ਉਚਾਰਨ ਕੀਤੀ ਹੈ, ਇਹ ਸੁੱਧ ਹੈ। ਸੁੱਧ ਤੋਂ ਭਾਵ ਹੈ ਇਹ ਸ਼ੁੱਧ ਹੈ। ਇਹਦੇ ਵਿੱਚ ਕੋਈ ਕੱਲ ਨੂੰ ਇਹ ਨਾ ਕਵੇ ਕਿ ਮੈਂ ਇਸ ਗੁਰਬਾਣੀ ਨੂੰ ਸ਼ੁੱਧ ਕਰਦਾ, ਇਹਦੇ ਵਿੱਚ ਆ ਲਗਾ ਮਾਤਰਾ ਨਹੀਂ ਜਾਂ ਇਸ ਵਿੱਚ ਇਦਾਂ ਨਹੀਂ। ਸਤਿਗੁਰੂ ਜੀ ਉਸ ਗੁਰਬਾਣੀ ਦੇ ਵਿੱਚ ਲਿਖਦੇ ਨੇ ਇਹ ਸ਼ੁੱਧ ਹੈ, ਅੱਜ ਵੀ ਦਰਜ ਹੈ, ਗੁਰਬਾਣੀ ਦੇ ਅੰਦਰ ਆਉਂਦਾ ਹੈ ਸ਼ੁੱਧ। ਔਰ ਫਿਰ ਸਤਿਗੁਰੂ ਜੀ ਜਦੋਂ ਆਪਣੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਲਿਖਦੇ, ਉਸ ਗੁਰਬਾਣੀ ਨੂੰ ਸੰਪੂਰਨ ਕਰਕੇ ਇਹ ਲਿਖਦੇ ਨੇ ਸੁੱਧ ਕੀਚੇ, ਕਿ ਇਹ ਗੁਰਬਾਣੀ ਜਿਹੜੀ ਹੈ ਉਹ ਸ਼ੁੱਧ ਕੀਤੀ ਗਈ ਹੈ। ਕੱਲ ਨੂੰ ਕੋਈ ਕਲਮਾ ਫੜ ਕੇ ਇਹ ਨਾ ਕਹਿ ਦੇਵੇ ਕਿ ਇੱਥੇ ਆਹ ਬਿੰਦੀ ਨਹੀਂ ਲੱਗੀ, ਇੱਥੇ ਆਹ ਨਹੀਂ ਲੱਗੀ, ਇਹ ਧੁਰਕੀ ਗੁਰਬਾਣੀ ਹੈ, ਇਹ ਸੁੱਧ ਹੈ, ਇਹ ਸੁੱਧ ਕੀਤੀ ਗਈ ਹੈ। ਇਸ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਕੱਲ ਨੂੰ ਕੋਈ ਇੱਕ ਬਿੰਦੀ ਵੀ ਨਹੀਂ ਲਗਾ ਸਕਦਾ। ਸਾਧ ਸੰਗਤ ਜੀ, ਫਿਰ ਭਗਤਾਂ ਦੀ ਜਦੋਂ ਗੁਰਬਾਣੀ ਲਿਖਣੀ ਪ੍ਰਾਰੰਭ ਕੀਤੀ, ਸਤਿਗੁਰੂ ਜੀਆਂ ਨੇ ਭਾਈ ਗੁਰਦਾਸ ਜੀਆਂ ਨੂੰ ਲਿਖਾਉਣੀ ਪ੍ਰਾਰੰਭ ਕੀਤੀ। ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਮੋਹਰ ਆਉਂਦੀ ਸੀ ਗੁਰਬਾਣੀ ਦੇ ਵਿੱਚ। ਹੁਣ ਜਦੋਂ ਭਗਤਾਂ ਦੀ ਗੁਰਬਾਣੀ ਲਿਖਾਉਣੀ ਪ੍ਰਾਰੰਭ ਕੀਤੀ ਤੇ ਮਗਰ ਮੋਹਰ ਆਈ ਭਗਤ ਕਬੀਰ ਜੀ ਦੀ। ਕਬੀਰ ਜੀ ਦਾ ਨਾਮ ਆਇਆ। ਜਦੋਂ ਕਬੀਰ ਜੀ ਦਾ ਨਾਮ ਆਇਆ, ਭਾਈ ਗੁਰਦਾਸ ਜੀਆਂ ਦੇ ਮਨ ਦੇ ਵਿੱਚ ਸ਼ੰਕਾ ਹੋਇਆ। ਸਤਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ, ਸਤਿਗੁਰੂ ਇਹ ਜਿਨ੍ਹਾਂ ਭਗਤਾਂ ਦੀ ਆਪ ਜੀ ਗੁਰਬਾਣੀ ਲਿਖਾ ਰਹੇ ਹੋ, ਕੋਈ ਭਗਤ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਪਹਿਲਾਂ ਦੇ ਸਮੇਂ ਦਾ ਹੈ, ਕੋਈ 200 ਸਾਲ ਪੁਰਾਣਾ ਹੈ, ਉਹਨਾਂ ਭਗਤਾਂ ਦੀ ਗੁਰਬਾਣੀ ਤੁਸੀਂ ਕਿਵੇਂ ਲਿਖਾ ਰਹੇ ਹੋ? ਕਿਉਂਕਿ ਦੂਸਰੀ ਗੁਰਬਾਣੀ ਤੇ ਆਪ ਜੀ ਗੋਇੰਦਵਾਲ ਸਾਹਿਬ ਜੀਆਂ ਦੀ ਧਰਤੀ ਉੱਪਰੋਂ ਲੈ ਕਰਕੇ ਉਹਦਾ ਲਿਖਾਰਾ ਕਰਵਾ ਰਹੇ ਹੋ।
और इन्हां भगतां दी गुरबाणी आप जी कित्थों लिखा रहे। गुरु अगे अरदास कीती, मेरा शंका निवृत्त कर दिओ। सतगुरु जी कहन लगे, जेड़ा असां ने समा मिथ्या है गुरबाणी नूं लिखण दा, उस समय तो पहला 2 घड़ियां आप जी तंबू दे विच आ जाओ, आप जियां नूं कल नूं दस दिता जावेगा। अमृत वेले तो लै करके सतगुरु जी गुरबाणी दा लिखारा करवाउंदे दोपहर वेले तक। और सतगुरु जियां ने जदों भाई गुरदास जियां नूं पहला बुलवाया, भाई गुरदास जी 2 घड़ियां मिथे हुए समय तो पहला आ गए। जदों आन करके तंबू दे विच सतगुरु जियां नूं नमस्कार कीती, भाई गुरदास जी की देखदे ने कि 15 लोग जेड़े सतगुरु जियां दे इर्द गिर्द बैठे हुए ने, चिट्टे उन्हां दे दाड़े, चिट्टे उन्हां दे वस्त्र, दग दग करदे हुए उन्हां दे चेहरे जेड़े हन वो सतगुरु जियां दे कोल बैठे हुए। साध संगत जी, ये कोई अत कथनी नहीं है। ये जदों भाई गुरदास जियां ने पुछया सतगुरु जियां नूं, सतगुरु जी ये कौन ने? सतगुरु जी कहंदे, भाई गुरदास जी तुसीं आप ही इन्हां नूं पुछ लवो कि ये कौन ने। भाई गुरदास जियां ने पहले नूं पुछया, तुसीं कौन हो, कित्थों आए हो? वो कहन लगा, मेरा नाम कबीर भगत है। दूजे नूं पुछया, कहन लगा, मेरा नाम फरीद है, मेरा नाम रविदास है, मेरा नाम धन्ना है। साध संगत जी, इसे तरह 15 भगतां ने अपने नाम दसे। सतगुरु श्री गुरु अर्जन देव साहिब जी महाराज मुस्कुराउण लगे कि भगतां दी गल करदे सन भाई गुरदास जी, इन्हां दा शंका निवृत्त होया। भाई गुरदास जियां दे पैरां हथों मिट्टी निकल गई। साध संगत जी, इतनी वड्डी करामात, क्योंकि गुरु कृपा करे, हर एक कायनात उस दे हुक्म दे विच है, जरा जरा उस दे हुक्म दे विच है, वो जो मर्जी प्रगट कर सकता है। और 15 भगत जेड़े सतगुरु जियां दी गुरबाणी नूं उचारन वाले, सतगुरु जियां दे हुक्म दे विच रहन वाले, उन्होंने आप आन करके श्री गुरु अर्जन देव साहिब जी महाराज जियां नूं अपनी गुरबाणी सतगुरु श्री गुरु ग्रंथ साहिब जी महाराज जियां विच दर्ज करवाई। साध संगत जी, इस तो बाद सतगुरु मुंदावनी दे उपर पहुंचे, जदों मोहर लाउण लगे, उस तो बाद पहला साध संगत जी ये जितने भी राग सन, वो राग जेड़े सन सतगुरु श्री गुरु अर्जन देव साहिब जी महाराज जियां कोल आए। राग आन करके कहन लगे, सानू खिंडिया जा रहा है, कोई भी गुरबाणी रागां अनुसार नहीं पढ़ रहा, साडे नाम साडे पुत्र पुत्रियां दे नाम भी दर्ज कर दिते जाण। जेड़ी रागमाला दा अज कई विद्वान खंडन करते हैं, उसे शाही उसे कलमां दे नाल भाई गुरदास जी कोलों श्री गुरु अर्जन देव साहिब जी महाराज जियां ने रागमाला गुरबाणी जेड़ी सी ओ श्री गुरु ग्रंथ साहिब जी महाराज जियां विच दर्ज करवाई। एक माला परोले गई, जितने राग सन, जितने उन्हां दे पुत्र पुत्रियां सन, उन्हां दे नाम जेड़े सन वो रागमाला दे विच अंकित कर दिते गए। क्योंकि सब्बा पुत्र राग अन के 18 10 20 इन्हां तो बाद साध संगत जी सतगुरु जियां ने संपूर्णता की। श्री गुरु ग्रंथ साहिब जी महाराज जियां दी संपूर्णता हुई और सतगुरु जियां ने सबना संगतां नूं उपदेश दे दिता कि साध संगत जी ये धन सतगुरु श्री गुरु ग्रंथ साहिब जी महाराज अज तो बाद इन्हां नूं अपना गुरु समान समझना। साध संगत सतगुरु श्री गुरु अर्जन देव साहिब जियां ने यह महान कारज जदों नेपरे चाढ़िया संपूर्ण किया, उस तो बाद जदों हुण ये सेवा जिहड़ी बख्शिश करनी है कि ये कौन है ये सेवा करे कि सतगुरु जियां दा पावन स्वरूप अपने सीस दे उपर सुभायमान करके और केड़ी ओ रमणीक जगह होएगी जिथे लै करके जावे। भाई गुरदास जी कोल बैठे बाबा बुढ़ा साहब जी कोल ने, कहन लगे दसो बाबा बुढ़ा साहब जी इस स्वरूप नूं किथे प्रकाशमान करिए। बाबा बुढ़ा साहब जी कहन लगे सतगुरु आप जियां ही गुरबाणी दे विच लिखिया है, वाहो वाहो गुरबाणी निरंकार है तिस जेवड़ अवर न कोए। सतगुरु जे गुरबाणी निरंकार दी है, एदे वर्गी होर गुरबाणी नहीं, ते सतगुरु जी डिठा सभे थाव नहीं तुद जेहिया, बद्दा हो पुरख बधाते ता तू सोहिया, वसदी सगन अपार अनूप रामदासपुर। सतगुरु जी जेकर गुरबाणी वर्गी होर गुरबाणी नहीं, ते सचखंड श्री हरमंदर साहिब जी वर्गा होर कोई मंदिर ही नहीं। साध संगत जी इतनी सतगुरु जियां ने बेनती नूं स्वीकार करदियां होया, हुक्म मानदियां होया गुरसिखां दा
और प्रसन्न होकर के बाबा बुढ़ा साहब जियां दी ड्यूटी लगाई। आप जी कृपा करो, सतगुरु जियां दा स्वरूप अपने सीस दे उपर सुभायमान करो। सतगुरु जियां ने रामसर जियां दे सरोवर दे कंढे उपरों बाबा बुढ़ा साहब जियां दे सीस दे उपर सतगुरु जियां दा स्वरूप टिकाया और आप चौर साहब करते हुए बड़े प्रेम सहित सतखंड श्री हरमंदर साहब जियां नूं चलण लगे। संगतां फुल्लां दी बरसात करदियां होईयां और गुरु दा पावन गुरबाणी दे जाप करदियां होईयां संगतां ਜਿਹੜੀਆਂ ਹਨ ਉਹ सचखंड श्री हरमंदर साहब वाल नूं ਚੱਲਣ ਲੱਗੀਆਂ। और सतगुरु जियां ने सचखंड श्री हरमंदर साहब जी अंदर आण करके सतगुरु श्री गुरु ग्रंथ साहब जी का प्रकाश करने दे वास्ते बाबा बुढ़ा साहब जियां नूं कहा। बाबा बुढ़ा साहब जियां ने बड़े बाअदब सत्कार किया। सतगुरु जियां ने हुक्म किया, बुढ़ा साहिबो खोलो ग्रंथ, लेहो आवाजा सुने सब पंथ। आप जी हुक्मनामा साहिब लेना करो, सारा पंथ इस आवाज नूं सुने, इस हुक्म नूं सुने। बाबा बुढ़ा साहब जियां ने बड़े प्रेम सहित गुरबाणी उचारण करदियां होया श्री गुरु ग्रंथ साहब जी महाराज जियां दा पहला मुख वाक लिया, संतां के कारज आप खलोया। हर काम करावन आया राम, तरत सुहावी ताल सुहावा, विच अमृत जल छाया नाम। इस सूही राग दे विचों जदों बाबा बुढ़ा साहब जियां ने हुक्मनामा साहिब लिया, बड़े प्रेम सहित संगतां ने नमस्कारां कीतियां। और जितनी भी साध संगत जी, मैं 2 मिनट का समा होर लवांगा, जितनी भी मर्यादा सतगुरु जियां ने श्री गुरु दरबार साहब जियां अंदर कायम की, वो अज भी बरकरार मर्यादा श्री गुरु अर्जन देव साहिब जी महाराज जियां दे समय वाली मर्यादा है। किवें किवें सतगुरु जियां ने चौंकियां दा समा बन्निया, अरदासां दा समा बन्निया, वो अज सारी मर्यादा जिहड़ी है सतगुरु श्री गुरु अर्जन देव साहिब जी महाराज वाली सचखंड विखे वरत रही है। साध संगत जी, जदों सतगुरु श्री गुरु अर्जन देव साहिब जियां ने यह मर्यादा बन्नी कि जिन्ना तक सतगुरु जियां दा स्वरूप प्रकाशमान रहेगा उन्ना तक कीर्तन दा जाप हुंदा रहेगा। कीर्तन दा जाप 1 मिनट वास्ते भी नहीं रुकेगा। अज भी इस तरह है जी, जदों तक प्रकाश तो पहला कीर्तन प्रारंभ हो जाता है और सोखासन तो बाद भी कीर्तन जिहड़ा है ਉਹਦਾ जाप निरंतर चलता रहिंदा है। सतगुरु जियां ने संगतां नूं उपदेश दिता, गुरु ग्रंथ साहिब जी महाराज जियां दे नाल जोड़िया, पावन गुरबाणी नूं अपने हिरदे विच वसाउण दा उपदेश दिता और यह वचन किया कि इस गुरबाणी तो वड्डा होर कोई किते भी समुंदर और जहाज नहीं है। ਜਿਹੜਾ भी गुरसिख इस गुरबाणी नूं अपने हिरदे विच वसावेगा वो इस संसार भौजल दे विचों पार हो जाएगा। सतगुरु जियां ने कोठा साहिब भी आप अस्थान नियत किया कि इत्थे सतगुरु जियां दा सुख आसन होया करेगा। पलंगा साहिब सतगुरु जियां ने आप जिथे सतगुरु जी आप विश्राम करया करते सन, सतगुरु जियां ने पलंगा साहिब बाहर कढ़ के नवा सुंदर पलंगा साहिब तैयार करवाया। उत्थे सतगुरु जी सुख आसन होकर के इस रात वेले सतगुरु जी सुखासन होया करते सन। संगतां ने कहा, सतगुरु जी इस पलंगे साहिब दे नाल तुहाडा पलंगा साहिब भी ला दिता जावे। सतगुरु जियां ने इनकार कर दिता। अज तो धन सतगुरु श्री गुरु ग्रंथ साहिब जी महाराज जी पलंगे उपर ते असीं सतगुरु जियां दे चरनां विच अज भी तुसीं दर्शन करो। कोठा साहिब जिथे अकाल तख्त साहिब है, जिथे सतगुरु जियां दा स्वरूप सुभायमान हुंदा है, उत्थे सतगुरु जी पावन श्री गुरु ग्रंथ साहिब जी महाराज जियां दे पलंगे हेठां एक चिट्टी चादर विछी होवेगी। सतगुरु जी कहिंदे असीं इस चादर दे उपर विश्राम करया करेंगे। गुरबाणी दा इन्ना सत्कार, इन्ना अदब सतगुरु श्री गुरु अर्जन देव साहिब जी महाराज जियां ने सानू सिखाया। गुरबाणी का इतिहास और जितना भी इतिहास है बिल्कुल टूक मात्र है, क्योंकि थोड़े समय दे विच सतगुरु जियां दी पावन पवित्र गुरबाणी दा ते इतिहास वाचिया नहीं जा सकता। गुरु कृपा करे ये सानू इतनी गल दी समझ पै जावे कि सतगुरु जियां ने सत्कार किन्ना कीता, सतगुरु जियां ने गुरबाणी दा प्रेम किन्ना कीता। और साध संगत जी रागमाला सतगुरु जियां ने दर्ज की, कुछ अंग जेड़े पन्ने सन वो सतगुरु जियां ने खाली छड्ड दिते कि असीं 10वें सरूप दे विच श्री गुरु तेग बहादुर साहिब जियां दी पावन पवित्र गुरबाणी दे श्लोक इस श्री गुरु ग्रंथ साहिब जी विच दर्ज करांगे। साध संगत जी दास कोलों विचारां करदिआं होइआं एक नहीं अनेक प्रकार दीआं गलतियां भुल्लां हो जाणियां सुभाविक ने। अणजाण हां सतगुरु जियां दी गुरबाणी और कथा करनी
ਸਾਧ ਸੰਗਤ ਜੀ ਗੁਰੂ ਆਪ ਹੀ ਕਿਰਪਾ ਕਰੇ ਤੇ ਕਰਵਾ ਸਕਦਾ ਹੈ। ਗੁਰੂ ਰਹਿਮਤ ਕਰੇ ਅਗਾਂਹ ਵਾਸਤੇ ਸਤਿਗੁਰੂ ਜੀ ਦਇਆ ਕਰਨ, ਬਖਸ਼ ਲੈਣਾ ਜੀ। ਹੋਈਆਂ ਭੁੱਲਾਂ ਦੀ ਮੁਆਫੀ। ਸਮਾਂ ਕਾਫੀ ਹੋ ਗਿਆ ਹੈ, ਦਾਸ ਕੇ ਮਨ ਦਾ ਜਾਚਕ ਹੈ। ਆਓ ਪ੍ਰੇਮ ਸਹਿਤ ਸਰਬੱਤ ਸੰਗਤਾਂ ਦੋਵੇਂ ਹੱਥ ਜੋੜ ਅਸੀਸ ਬਖਸ਼ਦਿਆਂ ਹੋਇਆਂ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।